ਗੁਰੂ ਘਰ ਦਾ ਬੇਅਥਾਹ ਅਰਬਾਂ ਰੁਪਇਆਂ ਦਾ ਮਾਲ ਸਰਸਾ ਖਾ ਚੁੱਕਾ ਹੈ ਔਰ ਹਾਲੇ ਵੀ ਇਹਦਾ ਢਿੱਡ ਜਿਹੜਾ ਹੈ ਭਰਿਆ ਨਹੀਂ, ਇਹ ਥੱਕਿਆ ਨਹੀਂ ਹੈਗਾ। ਕਮਾਲ ਦੀ ਗੱਲ ਹੈ ਕਿ ਚਲੋ ਇਸ ਨੇ ਚਿੱਠੀ ਲਿਖੀ ਹੈ, ਅਸੀਂ ਤੇ ਆਪਣੀ ਗੱਲ ਸਪਸ਼ਟ ਕਰ ਦਿੰਦੇ ਹਾਂ। ਬਤੌਰ ਹਰਪ੍ਰੀਤ ਸਿੰਘ ਨਹੀਂ, ਬਤੌਰ ਜਥੇਦਾਰ ਸਾਨੂੰ ਚਿੱਠੀ ਲਿਖ ਦੇਵੇ ਨਾ ਜੀ ਵੀ ਤੁਸੀਂ ਪਾਸੇ ਹੋ ਜਾਓ ਤੇ ਅਸੀਂ ਪਾਸੇ ਹੋ ਜਾਵਾਂਗੇ। ਛੇਵੇਂ ਪਾਤਸ਼ਾਹ ਦਾ ਜੀ ਹਜ਼ੂਰ ਨਹੀਂ ਬਣਿਆ, ਉਸ ਮਹਾਨ ਤਖਤ ਦਾ ਜੀ ਹਜ਼ੂਰ ਨਹੀਂ ਬਣਿਆ, ਉਸ ਤਖਤ ਦੀ ਤਾਬੇਦਾਰੀ ਤੇ ਨੌਕਰੀ ਸ਼ਖਸ ਨੇ ਨਹੀਂ ਕੀਤੀ। ਇਸ ਨੇ ਨੌਕਰੀ ਸਿਰਫ ਤੇ ਸਿਰਫ ਬਾਦਲਾਂ ਦੀ ਕੀਤੀ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ। ਸਿੱਖ ਸਿਆਸਤ ਵੈਸੇ ਤੇ 25 ਅਪ੍ਰੈਲ ਨੂੰ ਖਤਮ ਹੋ ਜਾਣੀ ਚਾਹੀਦੀ ਕਿ ਚੁਣਾਵ ਖਤਮ ਹੋ ਚੁੱਕੇ थे, ਮਗਰ ਮਨਜਿੰਦਰ ਸਿੰਘ ਸਿਰਸਾ ਆਪਣਾ ਇਲੈਕਸ਼ਨ ਤੇ ਹਾਰ ਗਏ, ਮਗਰ ਸਿਆਸਤ ਨੂੰ ਖਤਮ ਹੋਣ ਨਹੀਂ ਦੇ ਰਹੇ। ਕੋਰਟ ਕਚਹਿਰੀ ਕੇਸ ਚੱਲ ਰਹੇ ਤੇ ਨਵਾਂ ਉਹਨਾਂ ਨੇ ਇੱਕ ਸ਼ਗੂਫਾ ਛੱਡਿਆ ਹੈ, ਸ਼ਗੂਫਾ ਕਹਿ ਲਈਏ ਜਾਂ ਇੱਕ ਅਪੀਲ ਕੀਤੀ ਹੈ। ਅਕਾਲ ਤਖਤ ਜਥੇਦਾਰ ਸਾਹਿਬ ਨੂੰ ਕਿਹਾ ਹੈ ਕਿ ਹਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ ਜੀ ਦੇ ਉੱਤੇ ਕੇਸ ਪਾਇਆ ਜਾਵੇ, ਉਹਨਾਂ ਨੂੰ ਤਲਬ ਕੀਤਾ ਜਾਵੇ ਕਿ ਜਾ ਕੇ ਉਹ ਕਮੇਟੀ ਦੇ ਕੰਮਾਂ ਕਾਜ ਰੁਕ ਪਾ ਰਹੇ ਨੇ। ਸਿੰਘ ਸਾਹਿਬ ਫੜਰ ਪ੍ਰੋਗਰਾਮ ਦੇ ਅੰਦਰ ਸਿੰਘ ਸਾਹਿਬ ਸਭ ਤੋਂ ਪਹਿਲਾ ਸਵਾਲ ਬੜਾ ਸਿੰਪਲ ਜਿਹਾ ਹੈ, ਕਮੇਟੀ ਹਲੇ ਬਣੀ ਨਹੀਂ ਤੇ ਕਿਹੜੇ ਕੰਮ ਕਾਜ ਤੁਸੀਂ ਰੋਕ ਰਹੇ ਹੋ? ਦੇਖੋ, ਬੜਾ ਅੱਛਾ ਲੈਟਰ ਲਿਖੀ ਹੈ ਸਰਸੇ ਨੇ ਜਥੇਦਾਰ ਅਕਾਲ ਤਖਤ ਨੂੰ। ਜਥੇਦਾਰ ਅਕਾਲ ਤਖਤ ਨੂੰ 5 ਮਾਰਚ 2020 ਵਿੱਚ ਵੀ ਅਸੀਂ ਬੇਨਤੀ ਕੀਤੀ ਸੀ, ਤਾਂ ਵੀ ਅਸੀਂ ਸਾਰੇ ਇਕੱਠੇ ਹੋਏ ਸੀ। 2 ਇਹਨਾਂ ਦੇ ਸਨ, ਅਵਤਾਰ ਸਿੰਘ ਹਿੱਤ ਤੇ ਸਰਸਾ, ਤੇ 3 ਜਿਹੜੇ ਹੁਣ ਸਾਨੂੰ ਸਾਡੇ ਬਾਰੇ ਜਿਹਨੇ ਚਿੱਠੀ ਲਿਖੀ ਹੈ। ਜਥੇਦਾਰ ਸਾਹਿਬ ਨੂੰ ਉਸ ਵਕਤ ਵੀ ਕਿਹਾ ਸੀ ਇਹ ਸਾਰੀਆਂ ਚੋਰੀਆਂ ਚਕਾਰੀਆਂ ਦੀਆਂ ਤਹਿਕੀਕਾਤ ਤੁਸੀਂ ਕਰਾਓ, ਕਮੇਟੀ ਬਣਾਓ, ਪਰ ਉਹ ਕਮੇਟੀ ਨਹੀਂ ਬਣਾਈ। ਮੈਂ ਸਮਝਣਾ ਵੀ ਦੇਰ ਆਏ ਦਰੁਸਤ ਆਏ। ਹੁਣ ਵੀ ਜਥੇਦਾਰ ਕਮੇਟੀ ਬਣਾ ਦੇਵੇ, ਦੇਖੇ ਬਈ ਇਹਨੇ ਕੋਈ ਚੋਰੀ ਚਕਾਰੀ ਕੀਤੀ ਹੈ ਕਿ ਨਹੀਂ ਕੀਤੀ, ਗੈਰ ਕਾਨੂੰਨੀ ਕੰਮ ਕੀਤੇ ਨੇ ਕਿ ਨਹੀਂ ਕੀਤੇ, ਪੈਸੇ ਮਾਲ ਖਾਧਾ ਕਿ ਨਹੀਂ ਖਾਧਾ, ਲੁੱਟ ਪਾਟ ਕੀਤੀ ਕਿ ਨਹੀਂ ਕੀਤੀ। ਗੁਰੂ ਘਰ ਦਾ ਬੇਅਥਾਹ ਅਰਬਾਂ ਰੁਪਇਆਂ ਦਾ ਮਾਲ ਸਰਸਾ ਖਾ ਚੁੱਕਾ ਹੈ ਔਰ ਹਾਲੇ ਵੀ ਇਹਦਾ ਢਿੱਡ ਜਿਹੜਾ ਹੈ ਭਰਿਆ ਨਹੀਂ, ਇਹ ਥੱਕਿਆ ਨਹੀਂ ਹੈਗਾ। ਕਮਾਲ ਦੀ ਗੱਲ ਹੈ ਕਿ ਚਲੋ ਇਸ ਨੇ ਚਿੱਠੀ ਲਿਖੀ ਹੈ, ਅਸੀਂ ਤੇ ਆਪਣੀ ਗੱਲ ਸਪਸ਼ਟ ਕਰ ਦਿੰਦੇ ਹਾਂ। ਬਤੌਰ ਹਰਪ੍ਰੀਤ ਸਿੰਘ ਨਹੀਂ, ਬਤੌਰ ਜਥੇਦਾਰ ਸਾਨੂੰ ਚਿੱਠੀ ਲਿਖ ਦੇਵੇ ਨਾ ਜੀ ਵੀ ਤੁਸੀਂ ਪਾਸੇ ਹੋ ਜਾਓ ਤੇ ਅਸੀਂ ਪਾਸੇ ਹੋ ਜਾਵਾਂਗੇ। ਬਤੌਰ ਹਰਪ੍ਰੀਤ ਸਿੰਘ ਜੀ ਜਥੇਦਾਰ ਲਿਖੇ, ਜਥੇਦਾਰ ਬੁਲਾਏ, ਚੋਰੀਆਂ ਨੂੰ ਸਮਝੇ। ਵੈਸੇ ਤੇ ਮੇਰਾ ਜਥੇਦਾਰ ਬਾਰੇ ਓਪੀਨੀਅਨ ਠੀਕ ਨਹੀਂ ਹੈਗੀ। ਐਜ਼ ਏ ਜਥੇਦਾਰ ਇਸ ਬੰਦੇ ਦੀ ਓਪੀਨੀਅਨ ਠੀਕ ਨਹੀਂ ਹੈਗੀ। ਸੋਚਿਆ ਸੀ ਕਦੀ ਹੋਰ ਸੀ ਬਈ ਇਹ ਪੜ੍ਹਿਆ ਲਿਖਿਆ ਬੰਦਾ ਜਿਹੜਾ ਹੈ, ਪੜ੍ਹੇ ਲਿਖੇ ਬੰਦੇ ਨੂੰ ਥੋੜ੍ਹੇ ਜਿਹੇ ਗੱਟਸ ਆਉਣਗੇ ਤੇ ਇਹ ਗੱਡੀ ਅੱਛੀ ਚਲਾ ਲੇਗਾ, ਪਰ ਇਸ ਨੇ ਸਾਰਾ ਨਾਲ ਮਿੱਟੀ ਡੋਬ ਕੇ ਰੱਖਤਾ ਹੈ। ਇਹ ਬਿਲਕੁਲ ਬਾਦਲਾਂ ਦਾ ਪਿਛਲਗ ਬਣ ਗਿਆ, ਉਹਨਾਂ ਦਾ ਜੀ ਹਜ਼ੂਰ ਬਣ ਗਿਆ। ਇਹ 6ਵੇਂ ਪਾਤਸ਼ਾਹ ਦਾ ਜੀ ਹਜ਼ੂਰ ਨਹੀਂ ਬਣਿਆ, ਉਸ ਮਹਾਨ ਤਖਤ ਦਾ ਜੀ ਹਜ਼ੂਰ ਨਹੀਂ ਬਣਿਆ, ਉਸ ਤਖਤ ਦੀ ਤਾਬੇਦਾਰੀ ਤੇ ਨੌਕਰੀ ਸ਼ਖਸ ਨੇ ਨਹੀਂ ਕੀਤੀ। ਇਸ ਨੇ ਨੌਕਰੀ ਸਿਰਫ ਤੇ ਸਿਰਫ ਬਾਦਲਾਂ ਦੀ ਕੀਤੀ ਹੈ। ਔਰ ਗਜ਼ਬ ਦੀ ਗੱਲ ਇਹ ਹੈ ਕਿ ਬਈ ਸਰਸੇ ਨੂੰ ਪੁੱਛੋ, ਦਰਅਸਲ ਜਿਹੜੀਆਂ ਆਦਤਾਂ ਪੈ ਜਾਣ ਨਾ ਉਹ ਬੜੀਆਂ ਮੁਸ਼ਕਲ ਮਰਦੀਆਂ ਤੇ ਜਾਂਦੀਆਂ ਨੇ। ਇਹਨੂੰ 4.5 ਸਾਲ ਆਦਤ ਪੈ ਗਈ ਹੈਗੀ ਅਨਹਿੰਡਰਡ ਚੋਰੀ ਡਕੈਤੀ ਮਾਰਨ ਦੀ। ਹੁਣ ਵੀ ਇਸ ਨੂੰ ਕੋਈ ਕਿੰਤੂ ਕਰ ਦੇਵੇ ਤੇ ਇਹ ਬੜਾ ਤੜਫਦਾ ਹੈਗਾ, ਇਹ ਉਸ ਨੂੰ ਪਚਾ ਨਹੀਂ ਸਕਦਾ। ਫਿਰ ਇਹ ਸੱਜੇ ਖੱਬੇ ਦੌੜਦਾ, ਮੈਂ ਕਿਸ ਅੱਗੇ ਜਾਵਾਂ, ਕਿਸ ਅੱਗੇ ਜਾਵਾਂ। ਫਿਰ ਅੱਗੇ ਆਪਣੇ ਮਾਲਕਾਂ ਕੋਲ ਜਾਂਦਾ ਹੈ, ਬਾਦਲਾਂ ਕੋਲ, ਉਹ ਜੀ ਮੈਨੂੰ ਇਹ ਕਿਹਾ ਗਿਆ ਹੈ। ਫਿਰ ਉਹ ਬਾਦਲ ਇਹਨੂੰ ਸਲਾਹ ਦਿੰਦੇ ਨੇ, ਤੂੰ ਹੁਣ ਜਥੇਦਾਰ ਨੂੰ ਲਿਖ ਚਿੱਠੀ, ਅਸੀਂ ਉਸ ਨੂੰ ਕਹਿ ਦਿਆਂਗੇ ਵੀ ਠੋਕ ਦੇ ਸਰਨਿਆਂ ਨੂੰ। ਤੇ ਇਹ ਉਸ ਆਸ ਤੇ ਬੈਠਾ ਹੋਇਆ ਹੈ। ਇਹ ਜਿਹੜੇ ਫੈਸਲੇ, ਮੈਂ ਤੇ ਕਹਿੰਦਾ ਸਾਰਾ ਪੰਥ ਇਕੱਠਾ ਹੋਵੇ, ਜਥੇਦਾਰ ਕਿਉਂ, ਸਾਰਾ ਪੰਥ ਇਕੱਠਾ ਹੋਵੇ, ਸਾਰੇ ਪੰਥਕ ਲੀਡਰ ਅਕਾਲ ਤਖਤ ਤੇ ਬੈਠਣ,
ਇਹ ਆਪਣੀ ਗੱਲ ਕਰੇ, ਅਸੀਂ ਆਪਣੀ ਗੱਲ ਕਰੀਏ, ਮਨਜੀਤ ਸਿੰਘ ਆਪਣੀ ਗੱਲ ਕਰੇ, ਸੁਣਨ ਗੱਲਾਂ ਬਈ ਕੀ ਇਤਨੀ ਚੋਰੀ ਤੋਂ ਬਾਅਦ ਤੁਹਾਨੂੰ ਅਸੀਂ ਲਿਖਦੇ ਪਏ ਹਾਂ, ਤੁਸੀਂ ਐਕਸ਼ਨ ਲੈਂਦੇ ਨਹੀਂ ਪਏ ਹੋ। ਮੈਂ ਤੇ ਸ਼ਰੇਆਮ ਕਹਿ ਰਿਹਾ ਸਰਕਾਰ ਨੂੰ ਚਿੱਠੀ ਲਿਖੀ ਹੈਗੀ ਬਈ ਇੱਥੇ ਫਾਈਨੈਂਸ਼ੀਅਲ ਰਿਸੀਵਰ ਬਿਠਾਉਣਾ ਚਾਹੀਦਾ, ਇਹਦੇ ਖਰਚਿਆਂ ਦੇ ਉੱਪਰ ਰੋਕ ਲਾਉਣੀ ਚਾਹੀਦੀ ਹੈ। ਇਹ ਖਾਲੀ ਰੋਜ਼ਮर्रा ਪੱਤਲ ਡੂਨਿਆਂ ਦੀ ਖਰੀਦਦਾਰੀ ਕਰ ਸਕਦਾ, ਇਹ ਕਾਰਾਂ ਕਿੱਥੋਂ ਖਰੀਦ ਲਿਆ? ਇਹ ਹਜ਼ਾਰਾਂ ਲੱਖਾਂ ਰੁਪਇਆਂ ਦੀਆਂ ਸਹਾਇਤਾ ਕਿੱਥੋਂ ਵੰਡ ਰਿਹਾ ਹੈ? ਕਿਹੜੇ ਇਖਤਿਆਰ ਅਧੀਨ ਵੰਡ ਰਿਹਾ ਹੈ? ਕੱਲ੍ਹ ਹੀ ਮੇਰੇ ਕੋਲ ਇੱਕ ਬਾਈਟ ਆਈ ਹੈਗੀ, ਉਹਦੇ ਵਿੱਚ ਇਹ ਕਿਸੇ ਨੂੰ 5000 ਰੁਪਏ ਦਾ ਚੈੱਕ ਦਿੰਦਾ ਤੇ ਉਹ ਕਹਿ ਰਹੀ ਹੈ ਜੀ ਇਹਨਾਂ ਨੇ ਸਾਡੇ ਕੋਲੋਂ 4000 ਰੁਪਇਆ ਵਾਪਸ ਮੰਗਿਆ ਵੀ 1000 ਤੁਸੀਂ ਆਪਣਾ ਵਰਤੋ ਤੇ 4000 ਸਾਨੂੰ ਦੇ ਦਿਓ ਤੇ 5000 ਦਾ ਚੈੱਕ ਲੈ ਜਾਓ। ਬੜੀ ਗੰਭੀਰ ਗੱਲ ਕਰ ਰਹੇ ਹੋ। ਮੈਂ ਗੰਭੀਰ ਗੱਲ ਕਰ ਰਿਹਾ, ਮੈਂ ਇਹਦੇ ਸਿੱਟੇ ਸਾਰੇ ਸਮਝਦਾ। ਇਹ ਇਨਵੀਟੇਸ਼ਨ ਹੁੰਦੀ ਹੈ ਬੜੀਆਂ ਚੀਜ਼ਾਂ ਨੂੰ ਆਪਣੇ ਉੱਤੇ ਪਾਉਣ ਦੀ। ਮੈਂ ਪੁਖਤਾ ਸਬੂਤਾਂ ਤੋਂ ਇਲਾਵਾ ਮੈਂ ਨਹੀਂ ਕੋਈ ਗੱਲ ਕਰਦਾ। ਕੱਚੀ ਗੱਲ ਮੈਂ ਕਦੀ ਕੀਤੀ ਕਦੀ ਨਹੀਂ। ਮੈਂ ਗੱਲ ਕੀਤੀ ਹੈ ਕੇਸ ਬਾਦਲ, ਔਰ ਇਹਦੇ ਵਿੱਚ ਜਿਹੜਾ ਇਲਾਕੇ ਦਾ ਮੈਂਬਰ ਹੈ ਉਹ ਲਿਪਤ ਹੋਇਆ ਪਿਆ। ਪਹਿਲੀ ਗੱਲ ਤੇ ਪੈਸਾ ਵੰਡਿਆ ਕਿਵੇਂ ਗਿਆ, ਦੂਸਰੀ ਗੱਲ ਹੈ ਅਖਤਿਆਰਕੀਨ ਤੂੰ ਹਾਰਿਆ ਹੋਇਆ ਹੈ ਇਲੈਕਸ਼ਨ, ਬੁਰੀ ਤਰ੍ਹਾਂ ਹਾਰਿਆ ਹੈ। ਤੇਰੇ 'ਚ ਇੱਕ ਪੈਸੇ ਦੀ ਸ਼ਰਮ ਜਾਂ ਹੁੰਦੀ ਨਾ, ਇੱਕ ਪੈਸੇ ਦੀ, ਤੂੰ ਕਹਿੰਦਾ ਜੀ ਮੈਂ ਹਾਰ ਚੁੱਕਾ, ਸੰਗਤ ਨੇ ਮੈਨੂੰ ਰਿਜੈਕਟ ਕੀਤਾ, ਅਸੀਂ ਚੁੱਪ ਕਰਕੇ ਬੈਠੇ ਰਿਹਾ ਨਾ, ਹਾਰ ਗਿਆ, ਚੁੱਪ ਕਰਕੇ ਬਹਿ ਗਿਆ। ਹਾਰ ਜਿਹੋ ਜਿਹੀ ਵੀ ਹੋਈ ਹੈ ਸਾਨੂੰ ਪਤਾ ਹੈਗਾ, ਜੋ ਤੂੰ ਬਦਮਾਸ਼ੀਆਂ ਤੇ ਜੋ ਤੂੰ ਖੇਡ ਕੰਜਰ ਖੇਡ ਸਾਡੇ ਨਾਲ ਕੀਤੀ ਹੈਗੀ, ਸਾਨੂੰ ਸਭ ਪਤਾ ਲੱਗ ਚੁੱਕੀ ਹੈ ਸਾਰੀ ਗੱਲ ਦਾ। ਪਰ ਫਿਰ ਵੀ ਚਲੋ ਕੋਈ ਗੱਲ ਨਹੀਂ, ਸੰਗਤ ਦਾ ਫੈਸਲਾ ਅਸੀਂ ਮੰਨਦੇ ਹਾਂ। ਕੋਈ ਤੁਹਾਡੇ ਨਾਲ ਕੋਈ ਤੁਹਾਨੂੰ ਕੋਈ ਹਿੰਡਰੈਂਸ ਨਹੀਂ ਨਾ ਕ੍ਰੀਏਟ ਕੀਤੀ। ਤੂੰ ਵੀ ਕੋਈ ਅਕਲ ਸਿੱਖ। ਕੁਝ ਮੈਂ ਹਾਰ ਗਿਆ ਇਲੈਕਸ਼ਨ, ਮੈਂ ਹੁਣ ਇਸ ਕਾਬਲ ਨਹੀਂ ਹਾਂ ਬਈ ਮੈਂ ਇਹਦੀ ਪ੍ਰਧਾਨਗੀ ਕਰਾਂ ਜਾਂ ਕੋਈ ਮੈਂਬਰੀ ਕਰਾਂ। ਤੇਰੇ ਜਿਹੋ ਜਿਹਾ ਤੂੰ ਹੋ ਜੇ ਤੇਰੇ ਬਾਦਲ ਤੇਰੇ ਪਿੱਛੇ ਐਵੇਂ ਪਏ ਜਿਵੇਂ ਪਤਾ ਨਹੀਂ ਤੇਰੇ ਤੋਂ ਵੱਡਾ ਲੰਗੂਰ ਉਹਨਾਂ ਨੂੰ ਲੱਭਣਾ ਹੀ ਕੋਈ ਨਹੀਂ। ਸਰ ਸਵਾਲ ਮੇਰਾ ਇਹੋ ਸੀ ਕਿ 27 ਮੈਂਬਰ ਹੋਰ ਵੀ ਜਿੱਤੇ ਨੇ ਅਕਾਲੀ ਦਲ ਬਾਦਲ ਪਾਰਟੀ ਦੇ, ਕਿ ਉਹਨਾਂ 'ਚ ਕਿਸੇ ਦੇ ਅੰਦਰ ਇੰਨਾ ਕੈਲੀਬਰ ਨਹੀਂ ਹੈਗਾ ਪ੍ਰਧਾਨਗੀ ਕਰ ਸਕਣ। ਅਕਾਰਡਿੰਗ ਟੂ ਬਾਦਲ ਨਹੀਂ ਹੈਗਾ, ਅਕਾਰਡਿੰਗ ਟੂ ਬਾਦਲ ਐਂਡ ਸਿਰਸਾ ਨਹੀਂ ਹੈਗਾ। ਬਾਕੀ ਚਲੋ ਅਸੀਂ ਉਡੀਕ ਕਰਦੇ ਹਾਂ। ਜਥੇਦਾਰ ਦੇ ਵਿੱਚ ਮੈਂ ਨਹੀਂ ਸਮਝਦਾ ਕਿਸੇ ਕਿਸਮ ਦੀ ਹਿੰਮਤ ਹੈਗੀ ਇਸ ਮਸਲੇ ਨੂੰ ਹੱਥ ਪਾਉਣ ਦੀ, ਪਰ ਜੇ ਬਣ ਆਏ ਮੈਂ ਸਵਾਗਤ ਕਰਦਾ, ਬੁਲਾਓ, ਸੱਦੋ। ਔਰ ਮੈਂ ਨਾਲ ਇਹ ਵੀ ਸੁਝਾਅ ਦੇਣਾ ਵੀ ਇਹਦੇ ਵਿੱਚ ਬਾਕੀ ਦਲਾਂ ਦੇ ਪ੍ਰਧਾਨਾਂ ਨੂੰ, ਢੀਂਡਸਾ ਸਾਹਿਬ ਨੂੰ, ਮਾਨ ਸਾਹਿਬ ਨੂੰ, ਹੋਰ ਪ੍ਰਧਾਨਾਂ ਨੂੰ, ਹੋਰ ਸਿੱਖ ਸੰਸਥਾਵਾਂ ਦੇ ਮੁਖੀਆਂ ਨੂੰ, ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ ਬੁਲਾਇਆ ਜਾਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੰਗਤ ਦਾ ਇੱਕ ਇੱਕ ਪੈਸਾ ਮੱਥਾ ਟੇਕਿਆ ਹੋਇਆ ਕਿੱਥੇ ਜਾ ਰਿਹਾ ਹੈ ਅਤੇ ਇਹ ਕੀ ਕਰ ਰਿਹਾ ਹੈ। ਸਾਡੇ ਸਕੂਲਾਂ ਦਾ ਕੀ ਹਾਲ ਹੋਇਆ ਹੈ, ਸਾਡੇ ਕਾਲਜਾਂ ਦਾ ਕੀ ਹਾਲ ਹੋਇਆ ਹੈ, ਹਰ ਤਰ੍ਹਾਂ ਦੇ ਇਹ ਮੁਕੱਦਮਿਆਂ ਵਿੱਚ ਫਸਿਆ ਹੋਇਆ ਹੈ। ਇਸ ਕਰਕੇ ਬੁਲਾਉਣ, ਬਾਦਲ ਨੂੰ ਵੀ ਨਾਲ ਬੁਲਾਉਣ, ਸੁਖਵੀਰ ਨੂੰ ਵੀ ਬੁਲਾਉਣ, ਸਾਰਾ ਟੱਬਰ ਬੁਲਾਉਣ ਵਿੱਚ ਬੁਲਾਉਣ ਸਾਰਿਆਂ ਨੂੰ। ਸਰ ਮੇਰਾ ਲਾਸਟ ਸਵਾਲ ਇਹੋ ਰਹੇਗਾ ਕਿ ਅੱਜ 3 ਮਹੀਨੇ ਦੇ ਉੱਤੇ ਹੋ ਗਏ ਕਮੇਟੀ ਨੂੰ, ਇਲੈਕਸ਼ਨ ਖਤਮ ਹੋ ਗਏ, ਇੱਕ ਜਰਨਲ ਹਾਊਸ ਬੁਲਾਉਣਾ ਹੈ, ਇੱਕ ਕਾਰਜਕਾਰੀ ਕਮੇਟੀ ਕੰਮ ਕਰ ਰਹੀ ਹੈ, ਜਰਨਲ ਹਾਊਸ ਬੁਲਾਇਆ ਜਾਏਗਾ, ਕੋਰਟ ਕਚਹਿਰੀ ਕੇਸ ਚੱਲ ਰਿਹਾ, ਇਹ ਕੇਸ ਚੱਲਦਾ ਹੀ ਰਹੇਗਾ ਕਿ ਕਦੀ ਕਦੀ ਕੋਈ ਥਲ ਵੀ ਹੈਗੀ ਹੈ? ਦੇਖੋ ਜੀ, ਵੈਸੇ ਤਾਂ ਕਿ ਹਾਊਸ ਬੁਲਾ ਲੈਣਾ ਚਾਹੀਦਾ, ਕਦੀ ਇੱਕ ਬੰਦੇ ਪਿੱਛੇ ਇਤਨਾ ਲੰਬਾ ਹਾਊਸ ਨਹੀਂ ਕਰਨਾ ਚਾਹੀਦਾ। ਆ ਜਾਏਗਾ ਫੈਸਲਾ ਠੀਕ ਹੈ, ਨਹੀਂ ਆਏਗਾ ਤੇ ਹਾਊਸ ਆਪਣਾ ਕੰਮ ਕਰੇ। ਇਸ ਚੋਰ ਚਕਾਰ ਤੋਂ ਤੇ ਨਜਾਤ ਮਿਲੇਗੀ ਦਿੱਲੀ ਦੇ ਸਿੱਖਾਂ ਨੂੰ। ਤੁਸੀਂ ਬਾਕੀ ਦਿੱਲੀ ਦੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ, ਕਿਉਂਕਿ ਲਗਾਤਾਰ ਕਮੇਟੀ ਦੇ ਉੱਤੇ ਇਲਜ਼ਾਮ ਲੱਗੀ ਜਾ ਰਹੇ ਨੇ, ਮਗਰ ਕਮੇਟੀ ਕਾਰਜਕਾਰੀ ਕਮੇਟੀ ਚੇਅਰਮੈਨੀਆਂ ਵੀ ਬਣ ਰਹੀ ਹੈ, ਬਥੇਰੇ ਹੋਰ ਕੰਮ ਵੀ ਕਰ ਰਹੀ ਹੈ, ਮਗਰ ਜਿਹੜੇ ਕੰਮ ਨਹੀਂ ਗੱਡੀ ਖਰੀਦਣ ਤੋਂ ਲੈ ਕੇ ਚੇਅਰਮੈਨੀ ਬਣਨ ਸਾਰੇ ਕੰਮ ਹੋ ਰਹੇ ਨੇ। ਸੰਗਤ ਪ੍ਰਤੀ ਮੈਨੂੰ ਇੱਕ ਅਫਸੋਸ ਜ਼ਰੂਰ ਹੈਗਾ, ਮੈਂ ਸ਼ਿਕਾਇਤ ਵੀ ਤੁਹਾਡੇ ਮਾਧਿਅਮ ਤੋਂ ਕਰਨਾ ਚਾਹੁੰਦਾ ਵੀ ਇਲੈਕਸ਼ਨ ਦੇ ਦਿਨ ਘਰ ਬੈਠ ਗਏ। ਜੇ ਜਦ ਤੱਕ ਅਸੀਂ ਵਾਰ-ਵਾਰ ਕਹਿੰਦੇ ਰਹੇ ਸੀ ਰੱਖੜੀਆਂ ਆਉਣਗੀਆਂ, ਰੱਖੜੀਆਂ ਚਲੀਆਂ ਜਾਣਗੀਆਂ, ਦੀਵਾਲੀਆਂ ਆਉਣਗੀਆਂ, ਦੀਵਾਲੀਆਂ ਚਲੀਆਂ ਜਾਣਗੀਆਂ,
ये कोई गल नहीं है। 4 साल बाद 4.5 साल बाद एक बार इलैक्शन आती है, जब तक संगत पार्टिसिपेट समझ करके नहीं करेगी ਇਹਦਾ हल कोई नहीं निकलेगा। ਇਹ ਚੋਰ ਚੱਕੇ ਹੀ ਆਣਗੇ। मैं गल दस दियाँ, साड़ी कॉन्स्टिट्यूएंसी ਦੇ ਵਿੱਚ 55% ਪੋਲਿੰਗ ਹੋਈ ਹੈ। ਨਤੀਜਾ ਦੇਖ ਲਿਆ, ਨਤੀਜਾ ਦੇਖ ਲਿਆ। ਨਤੀਜਾ ਹੈਗਾ ਵੀ ਉਲਟ ਕੇ ਮਾਰਿਆ ਇਸ ਨੂੰ ਸਰਸੇ ਨੂੰ। ਜੇ ਸਾਡੀ ਵੀ ਪੋਲਿੰਗ 20% ਹੁੰਦੀ ਹੈ, 15% ਹੁੰਦੀ ਤੇ ਸਾਡੀ ਇਲੈਕਸ਼ਨ ਦਾ ਰਿਜ਼ਲਟ ਵੀ ਹੋਰ ਕੁਝ ਹੋਣਾ ਸੀ। ਲੋਕੀ ਘਰੋਂ ਨਿਕਲ ਕੇ ਆਏ ਨਾ 4:30 ਵਜੇ, 4:45 ਵਜੇ, 5 ਵਜੇ ਜੀ ਲੈਣ ਲੱਗੀ ਹੋਈ ਹੈ। ਇਸ ਕਰਕੇ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਬੀਤ ਗਈ ਜੋ ਬੀਤ ਗਈ, ਜਦ ਤੱਕ ਸਾਧ ਸੰਗਤ ਗੁਰੂ ਕੀ ਸੰਗਤ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰੇਗੀ, ਇਹਦਾ ਨਤੀਜਾ ਜਿਹੜਾ ਅੱਛਾ ਨਹੀਂ ਨਿਕਲੇਗਾ। ਸਰ ਮਨਜਿੰਦਰ ਸਿੰਘ ਸਿੱਸਾ ਵਾਰ-ਵਾਰ ਚਾਹੇ ਸਟੇਜਾਂ ਤੋਂ ਅਕਾਲ ਤਖਤ ਸਾਹਿਬ ਤੋਂ ਇੱਕੋ ਗੱਲ ਕਹਿੰਦੇ, ਰਿਸੀਵਰ ਨਹੀਂ, ਸਰਕਾਰੀ ਬੰਦਾ ਨਹੀਂ ਆਉਣਾ ਚਾਹੀਦਾ, ਫਾਈਨੈਂਸ਼ੀਅਲ ਰਿਸੀਵਰ ਨਹੀਂ। ਨਾ ਉਹ ਇਸ ਕਰਕੇ ਬਈ ਇਸ ਨੂੰ ਅਫਸੋਸ ਲੱਗਾ ਵੀ ਮੇਰੀ ਚੋਰੀ, ਇਹਦੀ ਚੋਰੀਆਂ ਦੇ ਉੱਪਰ ਲਗਾਮ ਲੱਗ ਜਾਏ ਤੇ ਉਹਨੂੰ ਜਿਸ ਬੰਦੇ ਦੀ ਦੁਕਾਨਦਾਰ ਦੀ ਦੁਕਾਨ ਗਾਹਕੀ ਚਲੇ ਜਾਣ ਜਾਂ ਐਸਾ ਇੰਤਜ਼ਾਮ ਹੋਏ ਵੀ ਇਹਦੇ ਗਾਹਕੀ ਨਾ ਆਉਣ ਤੇ ਉਹ ਕੈਮਰੇ ਲੱਗ ਜਾਣ, ਫਿਰ ਤੇ ਉਹ ਔਖਾ ਹੋਏਗਾ ਹੀ ਹੋਏਗਾ। ਹੁਣ ਇਹਨੂੰ ਬਸੋ ਇਹ ਕਹੇ ਜੀ ਮੈਂ ਲਗਾਨਾ ਜੀ, ਆਓ ਜੀ, ਜੇ ਤੂੰ ਸਾਫ਼ ਹੈਗਾ ਤੇ ਤੂੰ ਆਪ ਕਹਿ ਜੀ ਬੈਠੋ ਮੈਂ ਜਾਣਾ, ਹੋਰ ਜਿਸ ਨੇ ਬਹਿਣਾ ਆ ਕੇ ਖਰਚਿਆਂ ਦੇ ਅੱਗੇ ਆ ਕੇ ਬਹਿ ਜਾਏ, ਤਾਂ ਕੀ ਹੈਗਾ। ਪਰ ਸਾਫ਼ ਨਹੀਂ ਹੈਗਾ, ਕਰਪਟ ਹੈਗਾ, ਮਾਂ ਕਰਪਟ। ਤੇ ਜੇ ਹਾਊਸ ਜੀ ਅਕਾਲ ਤਖਤ ਤਲਬ ਕੀਤਾ ਜਾਂਦਾ ਚਾਹੋਗੇ? 200%, 200%। ਮੈਂ ਕਿਉਂ ਨਾ ਜਾਵਾਂ? ਮੈਂ ਕਿਹੜਾ ਕੋਈ ਗੁਰਦੁਆਰਾ ਕਮੇਟੀ ਦੀ ਚੋਰੀ ਕੀਤੀ ਹੈ? ਜਿੱਥੇ ਵੀ ਗੁਰਦੁਆਰਾ ਪ੍ਰਬੰਧ ਦੇ ਵਿੱਚ ਚੋਰੀਆਂ ਹੁੰਦੀਆਂ ਪਈਆਂ ਨੇ, ਮੇਰੇ ਖਿਆਲ ਮੁਜਬ ਇਹ ਚੋਰੀਆਂ ਹਰ ਹਾਲਤ ਵਿੱਚ ਰੋਕਣੀਆਂ ਚਾਹੀਦੀਆਂ ਨੇ। ਇਹ ਨਹੀਂ ਹੈਗਾ ਵੀ ਇਸ ਪਗੜੀ ਪਾਈ ਹੋਈ ਹੈ ਤੇ ਇਹਨੂੰ ਚੋਰੀ ਕਰਨ ਦਾ ਅਧਿਕਾਰ ਮਿਲ ਗਿਆ। ਜਥੇਦਾਰ ਕੋਈ ਵੀ ਹੈਗਾ ਸੋਚ ਸਮਝ ਕੇ ਗੱਲ ਕਰੇ। ਜੇ ਉਸਨੇ ਚੋਰਾਂ ਨੂੰ ਅਧਿਕਾਰ ਦੇਣੇ ਨੇ ਵੀ ਜਾਓ ਜੀ ਤੁਹਾਨੂੰ ਅਧਿਕਾਰ ਦਿੱਤੇ ਚੋਰੀ ਕਰਿਆ, ਤੇ ਫਿਰ ਉਹ ਸੋਚ ਸਮਝ ਕੇ ਆਪਣਾ ਫੈਸਲਾ ਕਰੇ। ਮੈਨੂੰ ਕੋਈ ਨਹੀਂ ਹੈਗਾ।